ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹੈਰੀ ਕਾਂਗੜ ਫਰੋਮ ਸੀਵਰਡ ਐਜੂਕੇਅਰ ਡੇਲੋਂ। ਅੱਜ ਜਿਸ ਵਿਸ਼ੇ ਦੇ ਉੱਪਰ ਅਸੀਂ ਗੱਲ ਕਰਨ ਜਾ ਰਹੇ ਹਾਂ, ਜੋ ਕਿ ਅੱਜ ਕੱਲ੍ਹ ਬਹੁਤ ਹੀ ਚਰਚਾ ਦਾ ਵਿਸ਼ਾ ਹੈ, ਮੈਂ ਗੱਲ ਕਰਨ ਜਾ ਰਿਹਾ ਕੈਨੇਡੀਅਨ ਕੇਅਰ ਗਿਵਰ ਪ੍ਰੋਗਰਾਮ। ਜਿਸ ਵਿਸ਼ੇ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ, ਇਸ ਦੇ ਉੱਪਰ ਸਵਾਲ ਜਵਾਬ ਕਰਾਂਗੇ ਤੇ ਸਾਡੇ ਵਿੱਚ ਨੇ ਸਾਡੇ ਇਮੀਗ੍ਰੇਸ਼ਨ ਸਪੈਸ਼ਲਿਸਟ ਮਿਸਟਰ ਜਸਕਰਨ ਸਿੰਘ। ਜਸਕਰਨ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਜਸਕਰਨ ਜੀ, ਅੱਜ ਕੱਲ੍ਹ ਲੋਕਾਂ ਦੇ ਵਿੱਚ ਇਹ ਵਾਲੇ ਪ੍ਰੋਗਰਾਮ ਦੀ ਬਹੁਤ ਜ਼ਿਆਦਾ ਇੱਛਾ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਕਿਸ ਤਰੀਕੇ ਨਾਲ ਕੈਨੇਡਾ ਜਾ ਸਕਦੇ ਹਾਂ, ਕਿਸ ਤਰੀਕੇ ਨਾਲ ਉੱਥੇ ਸਰਵਾਈਵ ਕਰ ਸਕਦੇ ਹਾਂ। ਹਾਂਜੀ, ਜੋ ਕੇਅਰ ਗਿਵਰ ਪ੍ਰੋਗਰਾਮ ਹੈ ਇਹ ਇੱਕ ਪਾਇਲਟ ਪ੍ਰੋਗਰਾਮ ਹੈ ਜੀ, ਜੋ ਲਿਮਟਿਡ ਸਮੇਂ ਦੇ ਲਈ ਕੈਨੇਡਾ ਨੇ ਲਾਂਚ ਕੀਤਾ ਹੋਇਆ। ਇਹ ਲਾਸਟ ਈਅਰ ਦੇ ਵਿੱਚ ਵੀ ਸੀ ਇਹ ਪ੍ਰੋਗਰਾਮ, ਅਤੇ ਹੁਣ ਜੋ ਨਵਾਂ ਪ੍ਰੋਗਰਾਮ, ਇਸ ਦੀ ਜੋ ਨਵੀਂ ਇਨਟੇਕ ਹੋਏਗੀ ਉਹ ਜਨਵਰੀ 2022 ਦੇ ਵਿੱਚ ਹੋਏਗੀ। ਬੇਸਿਕਲੀ ਇਹ ਪ੍ਰੋਗਰਾਮ ਕੀ ਹੈ ਕਿ ਇੱਕ ਕੈਨੇਡੀਅਨ ਜੋ ਰੈਜ਼ੀਡੈਂਟ ਨੇ, ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਨੇ, ਉਹਨਾਂ ਨੂੰ ਫੈਸਿਲੀਟੇਟ ਕਰਨ ਲਈ ਇਹ ਕੈਨੇਡਾ ਨੇ ਇੱਕ ਪ੍ਰੋਗਰਾਮ ਲਾਂਚ ਕੀਤਾ ਹੈ। ਇਸ ਦੇ ਅੰਦਰ ਇਹ ਹੈ ਕਿ ਬਈ ਅਗਰ ਕੈਨੇਡੀਅਨ ਸਿਟੀਜ਼ਨ ਦੇ ਬੱਚੇ ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਹੈ, ਜਾਂ ਉਹਨਾਂ ਦੇ ਜੋ ਪੇਰੈਂਟਸ ਜਿਨ੍ਹਾਂ ਦੀ ਏਜ 65 ਸਾਲ ਤੋਂ ਜ਼ਿਆਦਾ ਹੈ, ਉਹਨਾਂ ਦੀ ਟੇਕ ਕੇਅਰ ਕਰਨ ਲਈ, ਉਹਨਾਂ ਦੀ ਦੇਖਭਾਲ ਕਰਨ ਦੇ ਲਈ ਤੁਸੀਂ ਕਿਸੇ ਵੀ ਫੋਰਨ ਵਰਕਰ ਨੂੰ ਕੈਨੇਡਾ ਬੁਲਾ ਸਕਦੇ ਹੋ। ਠੀਕ ਹੈ। ਹਾਂਜੀ, ਇਹਦੇ ਵਿੱਚ ਬੇਸਿਕ ਰਿਕੁਆਇਰਮੈਂਟਸ ਹਨ ਕੁਝ, ਪਰ ਉਹਨਾਂ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਇਹ ਬੜਾ ਇੱਕ ਲਿਮਟਿਡ ਟਾਈਮ ਦਾ ਪ੍ਰੋਗਰਾਮ ਹੈ। ਇਹਨਾਂ ਨੂੰ ਕੈਨੇਡਾ ਗਵਰਨਮੈਂਟ 3 ਸਾਲ ਜਾਂ 5 ਸਾਲ ਲਈ ਟਰਾਈ ਕਰੇਗੀ। ਅਗਰ ਉਹਨਾਂ ਨੂੰ ਲੱਗੇਗਾ ਕਿ ਇਹ ਪ੍ਰੋਗਰਾਮ ਸਕਸੈਸਫੁਲ ਹੈ ਤਾਂ ਫਿਰ ਉਹ ਇਸ ਪ੍ਰੋਗਰਾਮ ਨੂੰ ਕੰਟੀਨਿਊ ਕਰੇਗੀ। ਬੇਸਿਕਲੀ ਇਹਦੇ ਵਿੱਚ 2 ਕੈਟਾਗਰੀਜ਼ ਹੁੰਦੀਆਂ ਨੇ ਜੀ। ਇੱਕ ਤਾਂ ਹੁੰਦੀ ਹੈ ਹੋਮ ਚਾਈਲਡ ਕੇਅਰ ਪ੍ਰੋਵਾਈਡਰ, ਅਤੇ ਦੂਜੀ ਹੁੰਦੀ ਹੈ ਹੋਮ ਸਪੋਰਟ ਵਰਕਰ। ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦੇ ਵਿੱਚ ਇਹ ਹੈ ਕਿ ਜਿਨ੍ਹਾਂ ਨੇ ਆਪਣੇ ਛੋਟੇ ਬੱਚੇ ਲਈ, 14 ਸਾਲ ਤੋਂ ਘੱਟ ਦੀ ਏਜ ਦੇ ਬੱਚੇ ਲਈ ਕਿਸੇ ਨੂੰ ਬੁਲਾਉਣਾ ਹੈ ਤਾਂ ਉਹ ਉਸ ਕੈਟਾਗਰੀ ਵਿੱਚ ਫਾਲ ਕਰੇਗਾ, ਔਰ ਜਿਨ੍ਹਾਂ ਨੇ ਆਪਣੇ ਪੇਰੈਂਟਸ ਲਈ ਜਾਂ ਆਪਣੇ ਦਾਦਾ ਦਾਦੀ ਦੇ ਲਈ ਕਿਸੇ ਨੂੰ ਦੇਖਭਾਲ ਲਈ ਬੁਲਾਉਣਾ ਤਾਂ ਉਹ ਹੋਮ ਸਪੋਰਟ ਵਰਕਰ ਦੇ ਵਿੱਚ ਫਾਲ ਕਰੇਗਾ। ਜੀ ਜਸਕਰਨ ਜੀ, ਮੈਂ ਜਾਣਨਾ ਚਾਹੂੰਗਾ ਕਿ ਇਸ ਦੇ ਲਈ ਕੋਈ ਬੈਂਡ ਰਿਕੁਆਇਰਮੈਂਟ ਦੀ ਵੀ ਲੋੜ ਹੈ? ਹਾਂਜੀ, ਇਸ ਦੇ ਲਈ ਬਿਲਕੁਲ ਬੈਂਡ ਰਿਕੁਆਇਰਮੈਂਟ ਹੈ ਜੀ। ਇਸ ਦੇ ਵਿੱਚ ਅਗਰ ਤੁਸੀਂ ਆਇਲਸ ਐਗਜ਼ਾਮ ਦੇ ਰਹੇ ਹੋ ਤਾਂ ਤੁਹਾਨੂੰ ਜਰਨਲ ਆਇਲਸ ਦੇ ਵਿੱਚ ਰੀਡਿੰਗ ਦੇ ਵਿੱਚ 4 ਬੈਂਡ, ਬਾਕੀ ਸਾਰਿਆਂ ਦੇ ਵਿੱਚ 5-5 ਬੈਂਡ ਚਾਹੀਦੇ ਆ। ਇਹ ਇਹਨਾਂ ਦੀ ਜੋ ਬੇਸਿਕ ਮਿਨੀਮਮ ਰਿਕੁਆਇਰਮੈਂਟ ਉਹ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਐਜੂਕੇਸ਼ਨ ਦੀ ਰਿਕੁਆਇਰਮੈਂਟ ਵੀ ਜ਼ਰੂਰਤ ਹੈ ਜੀ। ਉਹ 'ਚ ਇਹ ਹੈ ਕਿ ਤੁਹਾਡੀ ਗ੍ਰੇਡ 12 +2 ਤੋਂ ਬਾਅਦ ਤੁਹਾਡੇ ਕੋਲ ਘੱਟੋ ਘੱਟ 1 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ, ਉਹ ਚਾਹੇ ਕਿਸੇ ਵੀ ਫੀਲਡ ਦਾ ਹੋਵੇ। ਬਟ ਇਹ ਹਾਈਲੀ ਰეკਮੈਂਡਡ ਹੈ ਕਿ ਵੀ ਅਗਰ ਤੁਹਾਡਾ ਜੋ ਡਿਪਲੋਮਾ ਹੈ ਉਹ ਅਗਰ ਨੈਨੀ ਦੀ ਫੀਲਡ ਦਾ ਹੈ, ਜਾਂ ਉਹ ਫਿਰ ਮੈਡੀਕਲ ਫੀਲਡ ਦਾ ਹੈ ਜਿਸ ਵਿੱਚ ਤੁਸੀਂ ਦੇਖਭਾਲ ਕਰਦੇ ਹੋ ਕਿਸੇ ਦੀ, ਇਸ ਚੀਜ਼ ਸਿਖਾਈ ਜਾਂਦੀ ਹੈ, ਜਿਵੇਂ ਆਮ ਤੌਰ 'ਤੇ ਆਪਾਂ BSc ਨਰਸਿੰਗ ਕਹਿ ਦਿੰਦੇ ਹਾਂ ਜਾਂ GNM ਦਾ ਕੋਰਸ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਇੱਥੇ ਕੁਝ 1 ਸਾਲ ਦੇ ਨੈਨੀ ਦੇ ਪ੍ਰੋਗਰਾਮ ਵੀ ਪ੍ਰੋਵਾਈਡ ਕੀਤੇ ਜਾਂਦੇ ਨੇ ਇੰਡੀਆ ਵਿੱਚ, ਤਾਂ ਉਹ ਸਾਰੇ ਲੋਕ ਇਸ ਵਿੱਚ ਕੈਟਾਗਰੀ 'ਚ ਫਾਲ ਕਰ ਜਾਂਦੇ ਨੇ। ਅਗਰ ਆਪਾਂ ਐਕਸਪੀਰੀਅੰਸ ਦੀ ਗੱਲ ਕਰੀਏ ਜਸਕਰਨ ਜੀ, ਤੇ ਲਈ ਐਕਸਪੀਰੀਅੰਸ ਦੀ ਕੀ ਲੋੜ ਹੈ? ਹਾਂਜੀ, ਇਸ ਦੇ ਵਿੱਚ ਇਹ ਹੈ ਕਿ ਬੇਸਿਕਲੀ ਜੋ ਕੈਨੇਡੀਅਨ ਗਵਰਨਮੈਂਟ ਨੇ ਪ੍ਰੋਗਰਾਮ ਕੱਢਿਆ ਉਹਦੇ ਵਿੱਚ ਉਹਨਾਂ ਨੇ ਕੋਈ ਐਕਸਪੀਰੀਅੰਸ ਦਾ ਕੋਈ ਵੀ ਰਿਕੁਆਇਰਮੈਂਟ ਨਹੀਂ ਰੱਖੀ ਹੋਈ। ਪਰ ਹੁੰਦਾ ਕੀ ਹੈ ਕਿ ਦੇਖੋ ਜੀ, ਇਹ 1 ਸਾਲ ਦੇ ਵਿੱਚ ਇਹਨਾਂ ਨੂੰ 2750 ਫਾਈਲਾਂ ਜਾਣੀਆਂ ਈਚ ਪ੍ਰੋਗਰਾਮ ਦੇ ਵਿੱਚ। ਠੀਕ ਹੈ ਜੀ। ਤਾਂ ਉਹ ਕੀ ਹੁੰਦਾ ਕਿ ਜਦੋਂ ਆਫਿਸਰ ਉਸ ਨੂੰ ਅਸੈਸ ਕਰੇਗਾ ਫਾਈਲ, ਉਹ ਜ਼ਰੂਰ ਦੇਖੇਗਾ ਕਿ ਵੀ ਕਿਸ ਕੈਂਡੀਡੇਟ ਦਾ ਐਕਸਪੀਰੀਅੰਸ ਜ਼ਿਆਦਾ ਹੈ, ਕਿਸ ਕੈਂਡੀਡੇਟ ਦਾ ਘੱਟ ਹੈ। ਤਾਂ ਆਫ ਕੋਰਸ ਉਹ ਜਿਸ ਕੈਂਡੀਡੇਟ ਦਾ ਐਕਸਪੀਰੀਅੰਸ ਜ਼ਿਆਦਾ ਹੋਏਗਾ ਔਰ ਰਿਲੇਟਡ ਹੋਏਗਾ ਐਕਸਪੀਰੀਅੰਸ, ਉਹਨਾਂ ਨੂੰ ਪ੍ਰਾਇੋਰਟੀ ਦੇਣਗੇ। ਤਾਂ ਅਗਲਾ ਸਵਾਲ ਮੇਰਾ ਇਹੀ ਹੈ ਜਸਕਰਨ ਜੀ ਤੁਹਾਨੂੰ, ਕਿ ਜੋ ਕਿ ਬਹੁਤ ਜ਼ਿਆਦਾ ਡਾਊਟਸ ਦੇ ਵਿੱਚ ਰਹਿੰਦੇ ਨੇ ਜ਼ਿਆਦਾਤਰ ਦਰਸ਼ਕ ਅਗਰ ਦੇਖ ਰਹੇ ਨੇ ਜੋ ਸਾਨੂੰ, ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਜੌਬ ਆਫਰ ਦੀ ਵੀ ਲੋੜ ਪੈਂਦੀ ਹੈਗੀ? ਹਾਂਜੀ, ਬਿਲਕੁਲ ਤੁਹਾਨੂੰ ਜੌਬ ਆਫਰ ਦੀ ਜ਼ਰੂਰਤ ਪੈਂਦੀ ਹੈ, ਬਟ ਇਹ ਕੋਈ ਵੀ ਜੌਬ ਆਫਰ LMIA ਨਹੀਂ ਹੈ ਜਾਂ LMIA ਸਪੋਰਟਡ ਨਹੀਂ ਹੈ। ਤੁਸੀਂ ਸਿੰਪਲ ਇੱਕ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਆਪਣੇ ਬੱਚੇ ਜਾਂ ਆਪਣੇ ਪੇਰੈਂਟਸ ਲਈ ਜ਼ਰੂਰਤ ਹੈ, ਉਹਨਾਂ ਨੇ ਤੁਹਾਨੂੰ ਜੌਬ ਆਫਰ ਦੇਣਾ ਹੈ। ਤੁਸੀਂ ਸਿੰਪਲੀ ਭਾਸ਼ਾ 'ਚ ਬੋਲ ਸਕਦੇ ਹੋ ਕਿ ਇੱਕ ਵਾਈਟ ਪੇਪਰ ਦੇ ਉੱਪਰ ਤੁਹਾਨੂੰ ਜੌਬ ਆਫਰ ਦੇਣਾ ਹੈ। ਉਸ ਦੇ ਵਿੱਚ ਰਿਕੁਆਇਰਮੈਂਟਸ ਹੁੰਦੀਆਂ ਨੇ ਕਿ ਤੁਹਾਡੀ ਕਿੰਨੀ ਵੇਜਸ ਹੋਣਗੇ, ਤੁਹਾਡੀ ਕੀ ਜੌਬ ਡਿਊਟੀਜ਼ ਹੋਣਗੀਆਂ। ਉਸ ਨੂੰ ਕਿਤੋਂ ਵੀ ਕੈਨੇਡੀਅਨ ਇਮੀਗ੍ਰੇਸ਼ਨ ਤੋਂ ਕਿਤੋਂ ਵੀ ਅਪਰੂਵ ਕਰਾਉਣ ਦੀ ਜ਼ਰੂਰਤ ਨਹੀਂ ਹੈ। ਉਹ ਸਿੰਪਲ ਜੌਬ ਆਫਰ ਤੁਹਾਡੀ ਐਪਲੀਕੇਸ਼ਨ ਦੇ ਨਾਲ ਲੱਗੇਗਾ। ਤਾਂ ਇਸ ਸਵਾਲ ਦੇ ਨਾਲ ਮੇਰਾ ਇੱਕ ਸਵਾਲ ਹੋਰ ਹੈ ਜਸਕਰਨ ਜੀ, ਕਿ ਇਸ ਦੇ ਵਿੱਚ ਕੋਈ ਬਲੱਡ ਰਿਲੇਸ਼ਨ ਜਾਂ ਕੋਈ ਵੀ ਆਪਾਂ ਨੂੰ ਜੌਬ ਆਫਰ ਦੇ ਸਕਦਾ ਹੈ? ਹਾਂਜੀ, ਬਿਲਕੁਲ ਜੀ। ਬਲੱਡ ਰਿਲੇਸ਼ਨ ਵੀ ਤੁਹਾਨੂੰ ਜੌਬ ਆਫਰ ਦੇ ਸਕਦੇ ਨੇ, ਬਟ ਵੀ ਹਾਈਲੀ ਰეკਮੈਂਡ ਕਿ ਬਈ ਬਲੱਡ ਰਿਲੇਸ਼ਨ ਤੋਂ ਨਹੀਂ ਲੈਣਾ ਚਾਹੀਦਾ, ਕਿਉਂਕਿ ਆਫਿਸਰ ਦੇ ਇੱਕ ਮਨ 'ਚ ਆਸ਼ੰਕਾ ਜਾਂਦੀ ਹੈ ਕਿ ਬਈ ਇਹ ਆਪਣੇ ਹੀ ਬਲੱਡ ਰਿਲੇਸ਼ਨ ਤੋਂ ਜੌਬ ਆਫਰ ਲੈ ਰਿਹਾ ਹੈ, ਕਿਤੇ ਇਹ ਸਿਰਫ ਕੈਨੇਡਾ ਆਉਣ ਦੇ ਲਈ ਤਾਂ ਨਹੀਂ ਲੈ ਰਹੇ। ਐਕਚੁਅਲ ਜ਼ਰੂਰਤ ਵੀ ਹੈ ਆਪਣੇ ਪੇਰੈਂਟਸ ਜਾਂ ਆਪਣੇ ਬੱਚਿਆਂ ਦੀ ਦੇਖਭਾਲ ਦੇ ਲਈ, ਤਾਂ ਅਸੀਂ ਹਾਈਲੀ ਰეკਮੈਂਡ ਕਰਦੇ ਹਾਂ ਕਿ ਬਈ ਤੁਸੀਂ ਕਿਤੋਂ ਜਿੱਥੇ ਜੈਨੂਅਨਲੀ ਐਕਚੁਅਲੀ ਜ਼ਰੂਰਤ ਹੋਵੇ ਉੱਥੋਂ ਹੀ ਜੌਬ ਆਫਰ ਲਓ, ਕਿਉਂਕਿ ਐਟ ਦਾ ਐਂਡ ਤੁਸੀਂ ਉੱਥੇ ਜਾ ਕੇ 2 ਸਾਲ ਜੌਬ ਵੀ ਕਰਨੀ ਹੈ। ਓਕੇ ਜਸਕਰਨ ਜੀ, ਤਾਂ ਮੇਰਾ ਅਗਲਾ ਸਵਾਲ ਜਿਹੜਾ ਤੁਹਾਨੂੰ ਹੈਗਾ ਜੀ, ਕਿ ਅਗਰ ਆਪਾਂ ਗੱਲ ਕਰੀਏ ਕਿ ਐਕਸਪੈਂਸਿਸ ਦੀ। ਹਾਂਜੀ,
ਦੇਖੋ ਇਹ ਬਿਲਕੁਲ ਫੈਮਿਲੀ ਸਾਈਜ਼ ਤੇ ਡਿਪੈਂਡ ਕਰਦਾ ਹੈ ਕਿ ਤੁਹਾਡਾ ਜੋ ਖਰਚਾ ਆਏਗਾ ਉਹ ਕਿੰਨਾ ਆਏਗਾ। ਅਗਰ ਤੁਸੀਂ ਸਿੰਗਲ ਹੋ ਔਰ ਤੁਹਾਡਾ ਕੋਈ ਹੋਰ ਡਿਪੈਂਡੈਂਟ ਨਹੀਂ ਹੈ ਤੁਹਾਡੀ ਫੈਮਿਲੀ, ਤੁਸੀਂ ਇਕੱਲਿਆਂ ਨਹੀਂ ਜਾਣਾ ਚਾਹੁੰਦੇ ਹੋ, ਤਾਂ ਤੁਹਾਡਾ ਜਿਹੜੀ ਗਵਰਨਮੈਂਟ ਫੀਸ ਹੈ ਉਹ ਅਗਰ ਮੈਂ ਸਾਰੀ ਇਨਕਲੂਸਿਵ ਦੱਸਾਂ ਤਾਂ ਉਹ $1400 ਕੈਨੇਡੀਅਨ ਡਾਲਰ ਦੇ ਵਿੱਚ ਆਏਗੀ। ਇਹ ਥੋੜ੍ਹੀ ਬਹੁਤ ਉੱਪਰ ਰੇਟ ਹੈ। ਇਸ ਤੋਂ ਬਿਨਾਂ ਤੁਹਾਡੇ ਪੁਲਿਸ ਕਲੀਅਰੈਂਸ, ਤੁਹਾਡੀ ਮੈਡੀਕਲ ਦੇ ਖਰਚੇ ਇਹ ਅਲੱਗ ਤੌਰ ਤੇ ਹੋਣਗੇ। ਤਾਂ ਅਗਲਾ ਮੇਰਾ ਸਵਾਲ ਹੈਗਾ ਜਸਕਰਨ ਜੀ ਕਿ ਅਗਰ ਆਪਾਂ ਟੋਟਲ ਪ੍ਰੋਸੈਸਿੰਗ ਟਾਈਮ ਦੀ ਗੱਲ ਕਰਦੇ ਹਾਂ ਇਸ ਪ੍ਰੋਗਰਾਮ ਦੀ, ਤਾਂ ਕਿੰਨਾ ਟਾਈਮ ਲੱਗ ਜਾਂਦਾ ਜੀ ਇਸ ਕੈਨੇਡੀਅਨ ਗਵਰਨਮੈਂਟ ਜੋ ਇਸ ਨੂੰ ਜੋ ਉਹਨਾਂ ਨੇ ਲਿਖਤੀ ਦੇ ਵਿੱਚ ਦਿੱਤਾ ਹੋਇਆ ਉਹ ਹੈ ਕਿ 1 ਸਾਲ ਦਾ ਪ੍ਰੋਸੈਸਿੰਗ ਟਾਈਮ ਹੈ। ਇਸ ਦਾ ਪ੍ਰੋਸੈਸ ਇਸ ਤਰੀਕੇ ਨਾਲ ਕੰਮ ਕਰਦਾ ਹੈ ਜੀ। ਪਹਿਲਾਂ ਤੁਹਾਨੂੰ ਤੁਸੀਂ ਆਪਣੀ ਐਪਲੀਕੇਸ਼ਨ ਅਪਲਾਈ ਕਰੋਗੇ। ਐਪਲੀਕੇਸ਼ਨ ਜੋ ਤੁਸੀਂ ਅਪਲਾਈ ਕਰਦੇ ਹੋ ਤੁਹਾਨੂੰ PR ਦੀ ਐਪਲੀਕੇਸ਼ਨ ਵੀ ਅਪਲਾਈ ਕਰਨੀ ਪੈਂਦੀ ਹੈ, ਜਿਸ ਦੇ ਵਿੱਚ ਤੁਹਾਡੇ ਕੋਲੇ ਸਾਰੇ ਜੋ ਬੇਸਿਕ ਡਾਕੂਮੈਂਟ ਨੇ ਜੈਸੇ IELTS, ਤੁਹਾਡੀ ਐਜੂਕੇਸ਼ਨ, ਤੁਹਾਡਾ ਐਕਸਪੀਰੀਅੰਸ ਸਾਰੇ ਕਲੈਕਟ ਕਰਕੇ ਆਪਾਂ PR ਅਪਲਾਈ ਕਰਦੇ ਹਾਂ ਔਰ ਨਾਲ ਦੀ ਹੀ ਨਾਲ ਆਪਾਂ ਵਰਕ ਪਰਮਿਟ ਪੁੱਛਣਾ ਚਾਹੂੰਗਾ ਜਿਸ ਹਾਂਜੀ ਮਤਲਬ ਤੁਸੀਂ PR ਬਾਰੇ ਗੱਲ ਕੀਤੀ ਹੈ, ਤਾਂ ਇਹ ਚੀਜ਼ ਮਤਲਬ ਪੈਰਲਲ ਚੱਲਦੀ ਹੈ? ਹਾਂਜੀ ਜੀ ਬਿਲਕੁਲ। ਤੁਸੀਂ PR ਵੀ ਅਪਲਾਈ ਕਰਦੇ ਹੋ ਪਹਿਲੇ ਦਿਨ ਹੀ ਔਰ ਨਾਲ ਦੀ ਨਾਲ ਹੀ ਤੁਸੀਂ ਵਰਕ ਪਰਮਿਟ ਵੀ ਅਪਲਾਈ ਕਰਦੇ ਹੋ। ਔਰ ਜਦੋਂ ਇਹ ਜਿਹੜਾ ਪ੍ਰੋਸੈਸ ਹੈ ਇਹ 1 ਸਾਲ ਚੱਲਦਾ ਹੈ। 1 ਸਾਲ ਅਗਰ ਤੁਹਾਡੀ ਫਾਈਲ ਬਿਲਕੁਲ ਰਾਈਟ ਡਾਇਰੈਕਸ਼ਨ ਚੱਲਦੀ ਹੈ ਔਰ ਤੁਹਾਡੀ ਫਾਈਲ ਅਪਰੂਵ ਹੁੰਦੀ ਹੈ ਤਾਂ 1 ਸਾਲ ਬਾਅਦ ਤੁਹਾਨੂੰ ਵਰਕ ਪਰਮਿਟ ਇਸ਼ੂ ਹੋ ਜਾਂਦਾ। ਤੁਸੀਂ ਉਸ ਵਰਕ ਪਰਮਿਟ ਦੇ ਨਾਲ ਤੁਸੀਂ ਕੈਨੇਡਾ ਜਾਂਦੇ ਹੋ। ਜੋ ਤੁਹਾਡੇ ਕੋਲ EMPLOYER ਹੈ ਤੁਸੀਂ ਉਹਨਾਂ ਕੋਲ ਜਾ ਕੇ 2 ਸਾਲ ਕੰਮ ਕਰੋਗੇ ਔਰ 2 ਸਾਲ ਕੰਮ ਕਰਨ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜੀ ਤੁਹਾਡੀ ਪੇ ਸਲਿਪਸ ਨੇ, ਤੁਹਾਡੇ ਬਾਕੀ ਫਾਈਨੈਂਸ਼ੀਅਲ ਡਾਕੂਮੈਂਟਸ ਨੇ ਜੋ ਤੁਹਾਡੇ ਐਕਸਪੀਰੀਅੰਸ ਪ੍ਰੂਫ ਕਰਨਗੇ ਕੈਨੇਡਾ ਦੇ ਵਿੱਚ, ਉਹ ਤੁਸੀਂ ਸਬਮਿਟ ਕਰਦੇ ਹੋ ਇਮੀਗ੍ਰੇਸ਼ਨ ਨੂੰ। ਫਾਈਲ ਤਾਂ ਤੁਸੀਂ ਫਸਟ ਡੇ ਲਾ ਕੇ ਹੀ ਆਏ ਸੀਗੇ ਇੰਡੀਆ ਤੋਂ, ਤਾਂ ਬਾਅਦ ਦੇ ਵਿੱਚ 2 ਸਾਲਾਂ ਬਾਅਦ ਤੁਸੀਂ ਆਪਣੇ ਸਾਰੇ ਡਾਕੂਮੈਂਟ ਸਬਮਿਟ ਕੀਤੇ ਕੈਨੇਡੀਅਨ, ਤਾਂ ਤੁਹਾਡੀ PR ਫਿਰ ਅਪਰੂਵ ਹੋ ਜਾਂਦੀ ਹੈ। ਜਿਹੜਾ ਫਸਟ ਪ੍ਰੋਸੈਸ ਹੈ, ਜਿਸ ਦਿਨ ਤੁਸੀਂ ਪਹਿਲੇ ਦਿਨ ਤੁਸੀਂ ਫਾਈਲ ਸਬਮਿਟ ਕੀਤੀ, ਉਸ ਤੋਂ ਬਾਅਦ 1 ਸਾਲ ਦਾ ਪ੍ਰੋਸੈਸਿੰਗ ਟਾਈਮ ਹੈ ਤੁਹਾਡਾ ਵਰਕ ਪਰਮਿਟ ਸ਼ੁਰੂ ਹੋਣ। ਹਾਂਜੀ, ਤੋ ਬਹੁਤ ਧੰਨਵਾਦ ਜਸਕਰਨ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ, ਸਾਨੂੰ ਸਮਾਂ ਦੇਣ ਦੇ ਲਈ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਰეკਮੈਂਡ ਕਰਨਾ ਚਾਹੁੰਦਾ ਕਿ ਅਗਰ ਤੁਸੀਂ ਇਸ ਦੇ ਰਿਗਾਰਡਿੰਗ ਤੁਹਾਡੇ ਕੋਈ ਹੋਰ ਸਵਾਲ ਜਵਾਬ ਨਹੀਂ ਤਾਂ ਤੁਸੀਂ ਸਾਡੇ ਨੀਚੇ ਦਿੱਤੇ ਗਏ ਨੰਬਰਾਂ ਦੇ ਉੱਪਰ ਕਾਲ ਕਰ ਸਕਦੇ ਹੋ। ਸਾਡੇ ਜੋ ਇਮੀਗ੍ਰੇਸ਼ਨ ਸਪੈਸ਼ਲਿਸਟ ਨੇ ਉਹ ਆਲਮੋਸਟ 1 ਮੰਥ ਸਾਡੇ ਇੱਥੇ ਪੰਜਾਬ ਦੇ ਵਿੱਚ ਹੀ ਨੇ, ਤਾਂ ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਐਨੀ ਟਾਈਮ। ਆਪਣਾ ਫੋਨ ਚੱਕੋ, ਨੀਚੇ ਦਿੱਤੇ ਨੰਬਰਾਂ 'ਤੇ ਕਾਲ ਕਰੋ ਤੇ ਅਪਾਇੰਟਮੈਂਟ ਬੁੱਕ ਕਰੋ। ਜਸਕਰਨ ਜੀ ਬਹੁਤ ਧੰਨਵਾਦ ਜੀ ਤੁਹਾਡਾ।